Good morning students. Now we will start the topic number 5th of 14th chapter. ਆਪਾਂ ਗਵਰਨਮੈਂਟ ਬਜਟ ਬਾਰੇ ਪੜ੍ਹ ਰਹੇ ਹਾਂ। ਉਹਦੇ ਵਿੱਚ ਪੜ੍ਹਿਆ ਸੀ ਕਿ ਗਵਰਨਮੈਂਟ ਬਜਟ ਨੂੰ 2 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਜਾਂਦਾ, ਬਜਟ ਰਿਸਿਪਟ ਐਂਡ ਬਜਟ ਐਕਸਪੈਂਡੀਚਰ। ਇਸ ਤੋਂ ਅੱਗੇ ਕੀ ਹੈ, ਜਿਹੜਾ ਬਜਟ ਰਿਸਿਪਟ ਆ ਉਹਨੂੰ 2 ਪਾਰਟਸ ਦੇ ਵਿੱਚ ਕੀ ਹੈ ਡਿਵਾਈਡ ਕੀਤਾ ਜਾਂਦਾ, ਰੈਵਨਿਊ ਰਿਸਿਪਟ ਤੇ ਕੈਪੀਟਲ ਰਿਸਿਪਟ ਦੇ ਵਿੱਚ। ਆਪਾਂ ਬਾਅਦ 'ਚ ਪੜ੍ਹਿਆ ਕਿ ਰੈਵਨਿਊ ਰਿਸਿਪਟ ਆ ਉਹਦੇ ਅੱਗੇ 2 ਪਾਰਟਸ ਨੇ, ਕਿਹੜੇ ਟੈਕਸ ਰਿਸਿਪਟ ਐਂਡ ਦ ਨॉन ਟੈਕਸ ਰਿਸਿਪਟ। ठीक है, जो कि है टैक्स रिसिप्ट आप डिस्कस कर लिया, ਇਹਦਾ मीनिंग देखिया तो ਆਪਾਂ ਇਹਦੇ ਵਿੱਚ पढ़िया कि टैक्स ਦੀਆਂ ਕਿੰਨੀਆਂ किस्मां की टाइप्स ने। ठीक है, तो ਅੱਜ ਆਪਾਂ डिस्कस करांगे कि नॉन टैक्स रिसिप्ट की ਹੁੰਦੀਆਂ। ठीक है, देखो टैक्स रिसिप्ट ਵਿੱਚ ਆਪਾਂ ਕੀ पढ़िया सी, जो आमदन ਜਿਹੜੀ ਗੌਰਮੈਂਟ ਨੂੰ ਟੈਕਸਾਂ ਤੋਂ ਪ੍ਰਾਪਤ ਹੁੰਦੀ ਆ। ਅੱਜ ਆਪਾਂ ਪੜ੍ਹਨਾ ਵੀ ਟੈਕਸਾਂ ਤੋਂ ਬਿਨਾਂ ਜਿਹੜੀ ਵੀ ਆਮਦਨ ਪ੍ਰਾਪਤ ਹੁੰਦੀ ਹੈ ਉਹ ਕਿੱਥੋਂ ਪ੍ਰਾਪਤ ਹੁੰਦੀ ਹੈ, ਉਹਦੇ ਕੀ ਸੋਰਸਸ ਨੇ। ਠੀਕ ਹੈ, ਦੇਖੋ ਗੈਰ ਕਰ ਆਮਦਨਗਤ ਪ੍ਰਾਪਤੀਆਂ ਕਿਹੜੀਆਂ ਨੇ। ਵੈਨ ਦਾ ਗੌਰਮੈਂਟ ਰਿਸੀਵਸ ਮਨੀ ਫਰੋਮ ਦਾ ਵੇਰੀਅਸ ਸੋਰਸਸ ਅਦਰ ਦੈਨ टैक्सेस then it is called the non tax revenue receipt। ठीक है, टैक्सां तो बिना ਤੋਂ ਇਲਾਵਾ, ਅਦਰ ਦੈਨ ਮਤਲਬ ਇਹਦਾ ਮਤਲਬ ਹੁੰਦਾ ਤੋਂ ਇਲਾਵਾ, ਕਿੰਨਾ ਤੋਂ ਇਲਾਵਾ, ਟੈਕਸਾਂ ਤੋਂ ਬਗੈਰ, ਟੈਕਸਾਂ ਤੋਂ ਬਿਨਾ। ਠੀਕ ਹੈ, ਜਿਹੜੇ ਕਰ ਵਗੈਰਾ ਲੱਗਦੇ ਆ ਉਹਦੇ ਤੋਂ ਪ੍ਰਾਪਤ ਹੋਣ ਵਾਲੀ ਆਮਦਨ ਤੋਂ ਬਿਨਾ ਜੋ ਵੀ ਹੋਰ ਸੋਰਸਸ ਹੁੰਦੇ ਆ, ਹੋਰ ਵੀ ਕਈ ਉਹਨਾਂ ਕੋਲ ਸੋਰਸਸ ਹੁੰਦੇ ਆ ਇਨਕਮ ਪ੍ਰਾਪਤ ਕਰਨ ਦੀ। ਠੀਕ ਹੈ, ਉਹਨਾਂ ਨੂੰ ਕੀ ਕਿਹਾ ਜਾਂਦਾ, ਨॉन ਟੈਕਸ ਰੈਵਨਿਊ ਰਿਸਿਪਟ ਕਿਹਾ ਜਾਂਦਾ। ਦੇਖੋ ਫਸਟ ਦੇਖੋ ਵੀ ਜਿਹੜੇ ਟੈਕਸਾਂ ਤੋਂ ਬਿਨਾ ਹੋਰ ਕਿੱਥੋਂ ਇਨਕਮ ਜਿਹੜੀ ਕੀ ਆ ਗੌਰਮੈਂਟ ਨੂੰ ਪ੍ਰਾਪਤ ਹੁੰਦੀ ਹੈ। ਫਸਟ ਹੈ ਫੀਸਸ, ਮਤਲਬ ਫੀਸਾਂ ਤੋਂ। ਸਰਕਾਰ ਦੁਆਰਾ ਕਈ ਤਰ੍ਹਾਂ ਦੀਆਂ ਲੋਕਾਂ ਤੇ ਫੀਸਾਂ ਲਗਾਈਆਂ ਜਾਂਦੀਆਂ। ਦੇਖੋ ਇਟ ਇਜ਼ ਅ ਪੇਮੈਂਟ ਵਿਚ ਦਾ ਪੀਪਲ ਮੇਕ ਟੂ ਦਾ ਗੌਰਮੈਂਟ ਟੂ ਅਵੇਲ ਸਮ ਸਰਵਿਸ। ਕਹਿੰਦੇ ਜਦੋਂ ਸਰਕਾਰ ਤੋਂ ਕੋਈ ਵੀ ਸਰਵਿਸ ਲਈ ਜਾਂਦੀ ਹੈ, ਕੋਈ ਵੀ ਸੇਵਾਵਾਂ ਲਈਆਂ ਜਾਂਦੀਆਂ, ਉਹਦੇ ਬਦਲੇ ਕੀ ਆ ਸਰਕਾਰ ਲੋਕਾਂ ਤੋਂ ਕੀ ਲੈਂਦੀ ਹੈ, ਇੱਕ ਪੇਮੈਂਟ ਲੈਂਦੀ ਹੈ। ਠੀਕ ਹੈ, ਉਹਨੂੰ ਕੀ ਕਿਹਾ ਜਾਂਦਾ, ਫੀਸਸ ਕਿਹਾ ਜਾਂਦਾ। ਕਹਿੰਦੇ ਜਿਹੜੀ ਆ ਫੀਸ ਪੇ ਕੀਤੀ ਜਾਂਦੀ ਹੈ, ਅਮਾਊਂਟ ਆਫ ਫੀਸ ਚਾਰਜ ਬਾਏ ਦਾ ਗੌਰਮੈਂਟ ਦੁਆਰਾ ਜਿਹੜੀ ਵੀ ਫੀਸ ਇਹ ਚਾਰਜ ਕੀਤੀ ਜਾਂਦੀ ਆ, ਲਈ ਜਾਂਦੀ ਆ, ਉਹ ਕਿਹਦੇ ਬਰਾਬਰ ਹੁੰਦੀ ਹੈ, ਜੋ ਵੀ ਕੋਸਟ ਆ ਜਿਹੜੀ ਲੋਕਾਂ ਨੇ ਲਈ ਹੁੰਦੀ ਆ ਉਹਦੇ ਬਰਾਬਰ ਹੁੰਦੀ ਹੈ। ਠੀਕ ਹੈ, ਇਹ ਫੀਸਾਂ ਕਿਹਦੇ ਰੂਪ ਵਿੱਚ, ਦੇਖੋ ਫੋਰ ਐਗਜ਼ਾਮਪਲ ਪਾਸਪੋਰਟ ਫੀਸ, ਮਤਲਬ ਜਦੋਂ ਕੋਈ ਆਪਾਂ ਪਾਸਪੋਰਟ ਵਗੈਰਾ ਬਣਾਉਣ ਜਾਂਦੇ ਆ ਤਾਂ ਉਦੋਂ ਆਪਣੇ ਤੋਂ ਫੀਸ ਲਈ ਜਾਂਦੀ ਆ। ਲੈਂਡ ਰਜਿਸਟ੍ਰੇਸ਼ਨ, ਆਪਾਂ ਨੂੰ ਪਤਾ ਜਦੋਂ ਆਪਾਂ ਕੋਈ ਪ੍ਰੋਪਰਟੀ ਵਗੈਰਾ ਖਰੀਦਦੇ ਆ ਤਾਂ ਆਪਾਂ ਨੂੰ ਉਹਦੀ ਰਜਿਸਟਰੀ ਕਰਾਉਣੀ ਪੈਂਦੀ ਆ, ਉਹਦੇ ਲਈ ਵੀ ਸਰਕਾਰ ਨੂੰ ਕੀ ਆ ਫੀਸ ਦੇਣੀ ਪੈਂਦੀ ਆ। ਕੋਰਟ ਫੀਸ, ਠੀਕ ਹੈ, ਕੋਰਟ ਵਗੈਰਾ ਦੇ ਵਿੱਚ ਠੀਕ ਹੈ ਜੋ ਫੀਸ ਦਿੱਤੀਆਂ ਜਾਂਦੀਆਂ ਉਹ ਵੀ ਕੀ ਆ ਸਰਕਾਰ ਦੀ ਇੱਕ ਨॉन ਟੈਕਸ ਰੈਵਨਿਊ ਰਿਸਿਪਟ ਆ। ਕਿਉਂਕਿ ਇਹ ਟੈਕਸਾਂ ਤੋਂ ਬਿਨਾਂ ਬਾਕੀ ਸਾਰੀਆਂ ਜਿਹੜੀਆਂ ਫੀਸਸ ਲਗਾਈਆਂ ਜਾਂਦੀਆਂ ਉਹ ਇਹਨਾਂ ਦੇ ਅਕਾਊਂਟ ਦੇ ਵਿੱਚ ਹੀ ਜਾਂਦੀਆਂ। ਠੀਕ ਹੈ, ਇੱਕ ਕੰਪਲਸਰੀ ਪੇਮੈਂਟ ਆ। ਠੀਕ ਹੈ, ਜੇ ਪਾਸਪੋਰਟ ਬਣਾਉਣਾ ਤਾਂ ਆਪਾਂ ਨੂੰ ਇਹ ਪੇਮੈਂਟ ਕਰਨੀ ਹੀ ਪਊਗੀ। ਜੇ ਆਪਾਂ ਲੈਂਡ ਦੀ ਰਜਿਸਟ੍ਰੇਸ਼ਨ ਕਰਾਉਣੀ ਹੈ ਤਾਂ ਵੀ ਕੀ ਆ ਪੇਮੈਂਟ ਕਰਨੀ ਪਊਗੀ। ਠੀਕ ਹੈ, ਇਹ ਇੱਕ ਕੰਪਲਸਰੀ ਪੇਮੈਂਟ ਆ ਜੋ ਸਰਕਾਰ ਨੂੰ ਦੇਣੀ ਹੀ ਪੈਂਦੀ ਆ। ਇਸ ਤੋਂ ਅੱਗੇ ਹੈਗੀ ਹੈ ਲਾਇਸੈਂਸ ਫੀਸ। ਲਾਇਸੈਂਸ ਫੀਸ ਕੀ ਹੁੰਦੀ ਹੈ, ਵੈਨ ਗੌਰਮੈਂਟ ਗਿਵਸ ਪਰਮਿਸ਼ਨ ਟੂ ਦਾ ਪੀਪਲ to do a particular job then the amount charged by the government for the permission given is called the license fees। ਆਪਾਂ ਨੂੰ ਪਤਾ ਜਦੋਂ ਆਪਾਂ ਕੋਈ ਜੌਬ ਸਟਾਰਟ ਕਰਦੇ ਹਾਂ ਜਾਂ ਫਿਰ ਨਵਾਂ ਕੋਈ ਲਾਇਸੈਂਸ ਬਣਾਉਣਾ ਹੁੰਦਾ, ਆਪਾਂ ਕਿਸੇ ਵੀ ਕੰਮ ਨੂੰ ਸਟਾਰਟ ਕਰਨ ਦੇ ਲਈ ਆਪਾਂ ਮਨਜ਼ੂਰੀ ਲੈਣੀ ਹੁੰਦੀ ਹੈ, ਪਰਮਿਸ਼ਨ ਲੈਣੀ ਪੈਂਦੀ ਹੈ। ਠੀਕ ਹੈ, ਤਾਂ ਸਰਕਾਰ ਨੂੰ ਕੀ ਆ ਇੱਕ ਤਰ੍ਹਾਂ ਦੀ ਪੇਮੈਂਟ ਕੀ ਆ ਅਮਾਊਂਟ ਦੇਣੀ ਪੈਂਦੀ ਹੈ। ਠੀਕ ਹੈ, ਉਹਨੂੰ ਕੀ ਕਿਹਾ ਜਾਂਦਾ, ਲਾਇਸੈਂਸ ਫੀਸ ਕਿਹਾ ਜਾਂਦਾ। ਦੇਖੋ ਡਰਾਈਵਿੰਗ ਲਾਇਸੈਂਸ, ਹੁਣ ਜਦੋਂ ਕੋਈ ਵੀ ਬੰਦਾ ਡਰਾਈਵਿੰਗ ਸਿੱਖਦਾ ਤਾਂ ਉਹਨੂੰ ਲਾਇਸੈਂਸ ਬਣਾਉਣਾ ਪੈਂਦਾ। ਠੀਕ ਹੈ, ਉਹਦੀ ਫੀਸ ਪਹਿਲਾਂ ਸਰਕਾਰ ਨੂੰ ਪੇ ਕਰਨੀ ਪੈਂਦੀ ਹੈ, ਬਾਅਦ ਵਿੱਚ ਉਹਨੂੰ ਕੀ ਹੈ ਲਾਇਸੈਂਸ ਮਿਲਦਾ। ਲਾਇਸੈਂਸ ਟੂ ਓਪਨ ਆ ਬਾਰ ਔਰ ਦਾ ਰੈਸਟੋਰੈਂਟ, ਕੋਈ ਵੀ ਤਰ੍ਹਾਂ ਦਾ ਰੈਸਟੋਰੈਂਟ ਖੋਲ੍ਹਣ ਲਈ ਜਾਂ ਬਾਰ ਵਗੈਰਾ ਖੋਲ੍ਹਣ ਦੇ ਲਈ ਕੀ ਹੈ ਲਾਇਸੈਂਸ ਲੈਣਾ ਪੈਂਦਾ। ਜਾਂ ਫਿਰ ਕੋਈ ਚੀਜ਼ਾਂ ਐਕਸਪੋਰਟ ਕਰਨ ਲਈ, ਇੰਪੋਰਟ ਕਰਨ ਦੇ ਲਈ ਵੀ ਲਾਇਸੈਂਸ ਬਣਾਉਣਾ ਪੈਂਦਾ। ਇਹਨਾਂ ਸਾਰੀਆਂ ਚੀਜ਼ਾਂ ਦੇ ਬਦਲੇ ਜੋ ਪੇਮੈਂਟ ਦਿੱਤੀ ਜਾਂਦੀ ਹੈ, ਠੀਕ ਹੈ, ਪਰਮਿਸ਼ਨ ਲੈਣ ਦੇ ਲਈ ਜੋ ਫੀਸ ਦਿੱਤੀ ਜਾਂਦੀ ਹੈ ਉਹਨੂੰ ਲਾਇਸੈਂਸ ਫੀਸ ਕਿਹਾ ਜਾਂਦਾ। ਠੀਕ ਹੈ, ਇੱਥੋਂ ਵੀ ਬਹੁਤ ਜ਼ਿਆਦਾ ਆਮਦਨ ਸਰਕਾਰ ਨੂੰ ਪ੍ਰਾਪਤ ਹੁੰਦੀ ਹੈ। ਫਾਈਨ ਐਂਡ ਪੈਨਲਟੀਜ਼, ਜੁਰਮਾਨੇ। ਆਪਾਂ ਨੂੰ ਪਤਾ ਵੀ ਸਰਕਾਰ ਦਾ ਜਦੋਂ ਵੀ ਆਪਾਂ ਕੋਈ ਰੂਲ ਆ, ਠੀਕ ਹੈ, ਜਾਂ ਉਹਦਾ ਕੋਈ ਵੀ ਲਾਅ ਬਣਾਇਆ ਹੋਇਆ, ਠੀਕ ਹੈ, ਕਾਨੂੰਨੀ ਲਾਅ ਬਣਾਇਆ ਹੋ ਗਿਆ, ਤਾਂ ਉਹ ਕੀ ਆ ਜਦੋਂ ਲੋਕ ਉਹਨੂੰ ਬ੍ਰੇਕ ਕਰਦੇ ਆ, ਉਹਨੂੰ ਤੋੜਦੇ ਆ, ਠੀਕ ਹੈ, ਉਹਦੀ ਉਲੰਘਣਾ ਕਰਦੇ ਆ ਤਾਂ ਕੀ ਆ ਸਰਕਾਰ ਦੁਆਰਾ ਫਾਈਨ ਲਏ ਜਾਂਦੇ ਆ, ਜੁਰਮਾਨੇ ਵਗੈਰਾ ਲਏ ਜਾਂਦੇ ਆ। ਠੀਕ ਹੈ, ਵੈਨ ਪੀਪਲ ਬ੍ਰੇਕ ਦਾ ਲਾਜ਼ ਫਾਰਮਡ ਬਾਏ ਦਾ ਗੌਰਮੈਂਟ। ਠੀਕ ਹੈ, ਹੁਣ ਦੇਖੋ ਜਦੋਂ ਕੋਈ ਬੰਦਾ
है ना, कोई भी पीपल आ, कोई भी लोग आ, ब्रेक करते हैं लॉज ਨੂੰ ਓਬਵੀਅਸਲੀ ਉਹਨੂੰ ਲॉ ਬ੍ਰੇਕ ਕਰਨ ਦੇ ਲਈ ਇੱਕ ਪਨਿਸ਼ਮੈਂਟ ਮਿਲੂਗੀ, ਠੀਕ ਹੈ, ਗਵਰਨਮੈਂਟ ਦੁਆਰਾ। ਸੋ ਉਹ ਜੁਰਮਾਨੇ ਵੀ ਉਹਨਾਂ ਦੁਆਰਾ ਵੀ ਬਹੁਤ ਸਾਰੇ ਪੈਸੇ ਆ ਜਿਹੜੇ ਸਰਕਾਰ ਨੂੰ ਜਾਂਦੇ ਆ, ਠੀਕ ਹੈ। ਜਿਵੇਂ ਹੁਣ ਚਲਾਨ ਵਗੈਰਾ ਕੱਟੇ ਜਾਂਦੇ ਆ, ਠੀਕ ਹੈ, ਉਹ ਵਾਲੀ ਪੇਮੈਂਟ ਵੀ ਕੀ ਹੈ, ਸਰਕਾਰ ਦੀ ਇੱਕ ਤਰ੍ਹਾਂ ਦੀ ਆਮਦਨ ਆ। ਗਿਫਟ ਐਂਡ ਗ੍ਰਾਂਟਸ, ਠੀਕ ਹੈ, ਦਾਨ ਅਤੇ ਗ੍ਰਾਂਟਾਂ। ਦੇਖੋ ਕਈ ਵਾਰ ਲੋਕਾਂ ਤੋਂ ਸਰਕਾਰ ਨੂੰ ਕੀ ਆ ਗਿਫਟ ਤੇ ਗ੍ਰਾਂਟਸ ਪ੍ਰਾਪਤ ਹੋ ਜਾਂਦੀਆਂ। ਗ੍ਰਾਂਟਸ ਹੁੰਦੀ ਹੈ ਪੈਸੇ, ਠੀਕ ਹੈ, ਗਿਫਟ ਵਗੈਰਾ ਐਜ਼ ਅ ਗਿਫਟ ਆਪਾਂ ਜਦੋਂ ਉਹਨਾਂ ਨੂੰ ਦੇ ਦਿੰਦੇ ਹਾਂ ਪੈਸੇ ਵਗੈਰਾ, ਠੀਕ ਹੈ। ਦ ਪੀਪਲ ਐਜ਼ ਵੈਲ ਐਜ਼ ਫਰੋਮ ਦ ਅਦਰ ਕੰਟਰੀਜ਼, ਬਾਕੀ ਫੋਰਨਰਸ NRIs ਹੁੰਦੇ ਆ, ਆਪਾਂ ਨੂੰ ਪਤਾ ਵੀ NRIs ਬਹੁਤ ਜ਼ਿਆਦਾ ਇੱਥੇ ਪੈਸੇ ਡੋਨੇਟ ਕਰ ਦਿੰਦੇ ਆ, ਠੀਕ ਹੈ, ਗ੍ਰਾਂਟਸ ਭੇਜ ਦਿੰਦੇ ਆ। ਤਾਂ ਉਹ ਆਮਦਨ ਵੀ ਕਿਹਨਾਂ ਨੂੰ ਜਾਂਦੀ ਆ, ਸਰਕਾਰ ਨੂੰ ਜਾਂਦੀ ਆ। ਉਹ ਕਾਹਦੇ ਲਈ ਪੇਮੈਂਟ ਕਰਦੇ ਆ, ਕਹਿੰਦੇ ਕਈ ਵਾਰੀ ਜਦੋਂ ਕੀ ਆ ਕੁਦਰਤੀ ਆਫਤਾਂ ਆ ਜਾਂਦੀਆਂ, ਠੀਕ ਹੈ, ਨੈਚੁਰਲ ਕਲਾਮਿਟੀਜ਼ ਆ ਜਾਂਦੀਆਂ, ਜਿਵੇਂ ਫਲੱਡ ਵਗੈਰਾ, ਹੜ੍ਹ ਵਗੈਰਾ ਆ ਗਿਆ, ਠੀਕ ਹੈ, ਸੋਕਾ ਵਗੈਰਾ ਹੋ ਗਿਆ, ਤੇ ਅਰਥਕਵਿਕ ਭੂਚਾਲ ਵਗੈਰਾ ਆ ਗਿਆ, ਤੇ ਉਹਦੇ ਬਦਲੇ ਜੋ ਵੀ ਲੋਕਾਂ ਨੂੰ ਕੀ ਆ ਲੋਕ ਕੀ ਕਹਿ ਦਿੰਦੇ ਆ, ਉਹਨਾਂ ਨੂੰ ਦਾਨ ਵਗੈਰਾ ਕਰਦੇ ਆ, ਗ੍ਰਾਂਟਾਂ ਵਗੈਰਾ ਦਿੰਦੇ ਆ, ਤੇ ਉਹ ਵੀ ਕੀ ਆ ਸਰਕਾਰ ਨੂੰ ਜਾਂਦੇ ਆ ਤੇ ਇਨਕਮ ਪ੍ਰਾਪਤ ਹੁੰਦੀ ਆ। ਇਸ ਤੋਂ ਬਿਨਾਂ ਦੇਖੋ ਇਨਕਮ ਫਰੋਮ ਦਾ ਪਬਲਿਕ ਇੰਟਰਪ੍ਰਾਈਜ਼ਸ, ਠੀਕ ਹੈ। ਇੰਟਰਪ੍ਰਾਈਜ਼ਸ ਕੀ ਹੁੰਦੇ ਆ, ਕੋਈ ਵੀ ਜਨਤਕ ਅਦਾਰਿਆਂ ਤੋਂ ਆਮਦਨ, ਜਨਤਕ ਅਦਾਰਿਆਂ ਤੋਂ ਪ੍ਰਾਪਤ ਹੋਣ ਵਾਲੀ ਆਮਦਨ ਵੀ ਬਹੁਤ ਜ਼ਿਆਦਾ ਹੁੰਦੀ ਹੈ ਜੋ ਗੌਰਮੈਂਟ ਨੂੰ ਪ੍ਰਾਪਤ ਹੁੰਦੀ ਹੈ। ਦੇਖੋ ਜਿਵੇਂ ਰੇਲਵੇ ਕਿਹਦੇ ਅੰਡਰ ਆ, ਗੌਰਮੈਂਟ ਦੇ ਅੰਡਰ, ਠੀਕ ਹੈ। ਇੰਡੀਅਨ ਆਇਲ ਇਹ ਵੀ ਕਿਹਦੇ ਅੰਡਰ ਆ, ਗੌਰਮੈਂਟ ਦੇ, ਠੀਕ ਹੈ। ਹੁਣ ਦੇਖੋ ਇਸ ਤੋਂ ਬਿਨਾਂ ਕੀ ਆ, ਬਿਲਾਈ ਸਟੀਲ ਪਲਾਂਟ ਆ, ਠੀਕ ਹੈ, ਇਹ ਵੀ ਬਹੁਤ ਵੱਡੀ ਕੰਪਨੀਜ਼ ਆ, ਠੀਕ ਹੈ। ਇਹਦੇ ਵਿੱਚ ਕੀ ਆ, ਜੋ ਵੀ ਕਹਿੰਦੇ ਇਹਨਾਂ ਤੋਂ ਪੈਸਾ ਪ੍ਰਾਪਤ ਹੁੰਦਾ। ਦੇਖੋ ਗੌਰਮੈਂਟ ਗੈਟਸ ਰੈਵਨਿਊ ਫਰੋਮ ਥੀਜ਼ ਇੰਟਰਪ੍ਰਾਈਜ਼ਸ ਇਨ ਦਾ ਫਾਰਮ ਆਫ ਪ੍ਰੋਫਿਟ। ਕਹਿੰਦੇ ਹੁਣ ਆਪਾਂ ਨੂੰ ਪਤਾ ਜਦੋਂ ਕੋਈ ਬੰਦਾ ਕੀ ਆ ਆਇਲ ਵਗੈਰਾ, ਪੈਟਰੋਲ ਪੰਪ ਵਗੈਰਾ ਲੱਗੇ ਹੋਏ ਆ, ਠੀਕ ਹੈ, ਉਹਨਾਂ ਤੋਂ ਕੀ ਆ ਪ੍ਰੋਫਿਟ ਪ੍ਰਾਪਤ ਹੋਊਗਾ। ਰੇਲਵੇ ਆ, ਠੀਕ ਹੈ, ਉਹਨਾਂ ਕਿਰਾਇਆ ਵਗੈਰਾ ਤੋਂ ਕੀ ਆ ਸਾਰਾ ਕੁਛ ਕੱਢ ਕੇ ਕੀ ਆ ਪ੍ਰੋਫਿਟ ਪ੍ਰਾਪਤ ਹੋਊਗਾ। ਇਹ ਸਾਰਾ ਪ੍ਰੋਫਿਟ ਆ, ਠੀਕ ਹੈ, ਇਹ ਕੀ ਆ ਸਰਕਾਰ ਨੂੰ ਜਾਂਦਾ, ਠੀਕ ਹੈ। ਤਾਂ ਕਰਕੇ ਜਿਹੜੇ ਪ੍ਰੋਫਿਟ ਦੇ ਰੂਪ ਵਿੱਚ ਜੋ ਵੀ ਆਮਦਨ ਪ੍ਰਾਪਤ ਹੁੰਦੀ ਆ ਉਹਨੂੰ ਕੀ ਆ ਇਨਕਮ ਫਰੋਮ ਦਾ ਪਬਲਿਕ ਪਬਲਿਕ ਇੰਟਰਪ੍ਰਾਈਜ਼ਸ ਕਿਹਾ ਜਾਂਦਾ, ਠੀਕ ਹੈ। ਇਸ ਤੋਂ ਅੱਗੇ ਦੇਖੋ ਇਸ ਤੋਂ ਬਿਨਾਂ ਹੋਰ ਕਿਹੜੀ ਆਮਦਨ ਆ। ਦੇਖੋ ਸਪੈਸ਼ਲ ਅਸੈਸਮੈਂਟ, ਇਹਨੂੰ ਵਿਸ਼ੇਸ਼ ਨਿਰਧਾਰਨ ਵੀ ਕਿਹਾ ਜਾਂਦਾ। ਕਹਿੰਦੇ ਡਿਊ ਟੂ ਵੇਰੀਅਸ ਡਿਵੈਲਪਮੈਂਟ ਐਕਟੀਵਿਟੀਜ਼ ਆਫ ਗੌਰਮੈਂਟ ਦਾ ਵੈਲਿਊ ਆਫ ਪ੍ਰੋਪਰਟੀਜ਼ ਜਨਰਲੀ ਐਪਰੀਸ਼ੀਏਟ। ਕਹਿੰਦੇ ਜਦੋਂ ਕੀ ਆ ਸਰਕਾਰ ਕੋਈ ਵੀ ਡਿਵੈਲਪਮੈਂਟ ਦਾ ਕੰਮ ਕਰਦੀ ਹੈ, ਡਿਵੈਲਪਮੈਂਟ ਐਕਟੀਵਿਟੀਜ਼ ਕਰਦੀ ਹੈ, ਠੀਕ ਹੈ, ਉਹਦੇ ਨਾਲ ਕੀ ਆ ਪ੍ਰੋਪਰਟੀਜ਼ ਦੇ ਰੇਟ ਆ ਕਿਹੜੀ ਆ ਕੀ ਐਪਰੀਸ਼ੀਏਟ ਹੋ ਜਾਂਦੇ ਆ, ਵੱਧ ਜਾਂਦੇ ਆ, ਠੀਕ ਹੈ। ਪ੍ਰੋਪਰਟੀ ਦੇ ਰੇਟਸ ਜਦੋਂ ਵੱਧ ਜਾਂਦੇ ਆ, ਠੀਕ ਹੈ, ਤਾਂ ਕੀ ਹੁੰਦਾ ਜਿਹੜੇ ਪ੍ਰੋਪਰਟੀ ਦੇ ਓਨਰਸ ਹੁੰਦੇ ਆ ਉਹਨਾਂ ਨੂੰ ਸਰਕਾਰ ਨੂੰ ਕੁਝ ਕੀ ਆ ਪੈਸੇ ਦੇਣੇ ਪੈਂਦੇ ਆ। ਦੇਖੋ ਸੋ ਓਨਰਸ ਆਫ ਦਾ ਪ੍ਰੋਪਰਟੀਜ਼ ਹੂਜ਼ ਵੈਲਿਊਜ਼ ਆਰ ਐਪਰੀਸ਼ੀਏਟਡ ਹੈਵ ਟੂ ਮੇਕ ਸਮ ਪੇਮੈਂਟ ਟੂ ਦਾ ਗਵਰਨਮੈਂਟ, ਠੀਕ ਹੈ। ਉਹ ਗੌਰਮੈਂਟ ਨੂੰ ਪੈਸੇ ਦਿੰਦੀ ਹੈ ਕਿਉਂਕਿ ਗੌਰਮੈਂਟ ਨੇ ਕੀ ਕੀਤਾ ਡਿਵੈਲਪਮੈਂਟ ਐਕਟੀਵਿਟੀਜ਼ ਕੀਤੀਆਂ, ਤਾਂ ਕਰਕੇ ਉਹਨਾਂ ਦੀ ਪ੍ਰੋਪਰਟੀ ਆ ਜਿਹੜੇ ਉਹਦੇ ਰੇਟਸ ਆ ਜਿਹੜੇ ਹਾਈ ਹੋ ਗਏ, ਠੀਕ ਹੈ। ਤਾਂ ਕਰਕੇ ਉਹ ਕੀ ਆ ਸਰਕਾਰ ਦੁਆਰਾ ਵੀ ਪੈਸੇ ਵਸੂਲੇ ਜਾਂਦੇ ਆ, ਠੀਕ ਹੈ, ਉਹਨਾਂ ਦੀ ਪ੍ਰੋਪਰਟੀ ਜਦੋਂ ਐਪਰੀਸ਼ੀਏਟ ਹੋ ਜਾਂਦੀ ਹੈ। ਇਸ ਤਰ੍ਹਾਂ ਇਸ ਨੂੰ ਕੀ ਕਿਹਾ ਜਾਂਦਾ ਸਪੈਸ਼ਲ ਅਸੈਸਮੈਂਟ ਜਾਂ ਵਿਸ਼ੇਸ਼ ਨਿਰਧਾਰਨ ਕਿਹਾ ਜਾਂਦਾ, ਠੀਕ ਹੈ। ਇਸ ਤੋਂ ਵੀ ਬਹੁਤ ਜ਼ਿਆਦਾ ਆਮਦਨ ਕੀ ਆ ਸਰਕਾਰ ਨੂੰ ਪ੍ਰਾਪਤ ਹੁੰਦੀ ਆ। ਇਸ ਤੋਂ ਅੱਗੇ ਕੀ ਹੈ ਸਟਰੀਟ, ਜਿਹਨੂੰ ਕੀ ਨਜੂਲ ਕਿਹਾ ਜਾਂਦਾ। ਸਮ ਟਾਈਮ ਦੇਅਰ ਇਜ਼ ਨੋ ਕਲੇਨੈਂਟ ਆਫ a property laying in a state and the state only has legal right over it, so income out of such property comes to the state which is called the estate। ਦੇਖੋ ਕਹਿੰਦੇ ਕਈ ਵਾਰੀ ਕੀ ਹੁੰਦਾ ਵੀ ਕਈਆਂ ਦੇ ਵਾਰਿਸ ਨਹੀਂ ਹੁੰਦੇ, ਉਹਨਾਂ ਦੇ ਕੋਈ ਵੀ ਦਾਅਵੇਦਾਰ ਨਹੀਂ ਹੁੰਦਾ ਕਿਸੇ ਵੀ ਪ੍ਰੋਪਰਟੀ ਦਾ, ਠੀਕ ਹੈ। ਉਹ ਪਰਿਵਾਰ ਪੂਰੀ ਤਰ੍ਹਾਂ ਖਤਮ ਹੋ ਜਾਂਦਾ। ਉਸ ਤੋਂ ਬਾਅਦ ਕੋਈ ਵੀ ਇਹੋ ਜਿਹਾ ਨਹੀਂ ਹੁੰਦਾ ਵੀ ਜਿਹਦੇ ਨਾਮ ਉਹ ਪ੍ਰੋਪਰਟੀ ਹੋਵੇ, ਠੀਕ ਹੈ। ਇਹੋ ਜਿਹੀਆਂ ਪ੍ਰੋਪਰਟੀ ਆ ਕਿਹਦੇ ਨਾਮ ਹੋ ਜਾਂਦੀਆਂ, ਉਸ ਰਾਜ ਦੇ ਨਾਮ ਹੋ ਜਾਂਦੀਆਂ ਜਿੱਥੇ ਉਹ ਪ੍ਰੋਪਰਟੀ ਹੁੰਦੀ ਆ, ਠੀਕ ਹੈ। ਹੁਣ ਜਿਹੜਾ ਉਹ ਰਾਜ ਆ ਉਹਦੀ ਸਰਕਾਰ ਦਾ ਅਧਿਕਾਰ ਉਹ ਪ੍ਰੋਪਰਟੀ ਤੇ ਬਣ ਜਾਂਦਾ, ਠੀਕ ਹੈ। ਕੀ ਕਹਿੰਦੇ ਆ ਓਨਲੀ ਹੈਜ਼ ਲੀਗਲ ਰਾਈਟ ਓਵਰ ਇਟ। ਕਹਿੰਦੇ ਜਿਹੜੇ ਉਸ ਰਾਜ ਦੀ ਜਿਹੜੀ ਸਰਕਾਰ ਆ ਉਹਦਾ ਹੀ ਸਿਰਫ ਕੀ ਆ ਕਾਨੂੰਨੀ ਤੌਰ ਤੇ ਅਧਿਕਾਰ ਬਣਦਾ। ਸੋ ਜਿਹੜੀ ਇਹੋ ਜਿਹੀ ਇਨਕਮ ਪ੍ਰਾਪਤ ਹੁੰਦੀ ਆ ਇਹਨਾਂ ਪ੍ਰੋਪਰਟੀਜ਼ ਤੋਂ ਉਹਨੂੰ ਕੀ ਕਿਹਾ ਜਾਂਦਾ ਨਜੂਲ ਕਿਹਾ ਜਾਂਦਾ, ਠੀਕ ਹੈ। ਕੀ ਆ ਵੀ ਸਰਕਾਰ ਉਸ ਚੀਜ਼ ਦੀ ਦਾਅਵੇਦਾਰ ਬਣ ਜਾਂਦੀ ਹੈ। ਸੋ ਆਪਣੇ ਜਿਹੜੇ ਨੌਨ ਟੈਕਸ ਰੈਵਨਿਊ ਰਿਸਿਪਟ ਇੱਥੇ ਹੀ ਖਤਮ ਹੋ ਜਾਂਦੇ ਆ। ਕੱਲ੍ਹ ਆਪਾਂ ਅਗਲਾ ਟੌਪਿਕ ਸਟਾਰਟ ਕਰਾਂਗੇ। ਥੈਂਕ ਯੂ ਸਟੂਡੈਂਟਸ।